ਹੈਲੋ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਤੁਹਾਡੀ ਪੰਜਾਬੀ ਦੀ ਟੀਚਰ ਸੁਨੀਤਾ। ਅੱਜ ਤੁਹਾਨੂੰ 8ਵੀਂ ਜਮਾਤ ਦਾ ਦੂਜਾ ਪਾਠ ਕਰਵਾ ਰਹੀ ਹਾਂ। ਠੀਕ ਹੈ, ਪਹਿਲੇ ਮੈਂ ਕਰਵਾ ਸੀ ਤੁਹਾਨੂੰ ਭਾਸ਼ਾ ਯਾਨੀ ਕਿ ਲੈਂਗੁਏਜ। ਹੁਣ ਦੂਜਾ ਪਾਠ ਹੈ ਜੀ ਵਰਨਮਾਲਾ ਔਥੋਲੋਜਿਸਟ। ਠੀਕ ਹੈ ਜੀ, ਅੱਜ ਮੈਂ ਤੁਹਾਨੂੰ ਵਰਨਮਾਲਾ ਬਾਰੇ ਦੱਸਣ ਲੱਗੀ ਹਾਂ। ਦੇਖੋ ਜੀ, ਜਿਵੇਂ ਬੋਲਣ ਸਮੇਂ ਸਾਡੇ ਮੂੰਹ ਵਿੱਚੋਂ ਜੋ ਅਰਥ ਭਾਵ ਆਵਾਜ਼ ਜਾਂ ਧੁਨੀ ਨਿਕਲਦੀ ਹੈ ਉਸ ਨੂੰ ਲਿਖਿਤ ਰੂਪ ਵਿੱਚ ਅੰਕਿਤ ਕਰਨਾ, ਯਾਨੀ ਕਿ ਅੰਕਿਤ ਕਰਨਾ, ਉਹਨੂੰ ਲਿਖਣਾ ਜਾਂ ਦਰਜ ਕਰਨ ਲਈ ਜੋ ਚਿੰਨ੍ਹ ਹੁੰਦੇ ਹਨ ਉਹਨਾਂ ਨੂੰ ਹੀ ਵਰਨ ਜਾਂ ਅੱਖਰ ਕਿਹਾ ਜਾਂਦਾ ਹੈ। ਠੀਕ ਹੈ, ਪਿੱਛੇ ਤੁਹਾਨੂੰ ਦੱਸਿਆ ਸੀ ਕਿ ਵਰਨ ਕਿਹੜੇ ਨੇ। ਠੀਕ ਹੈ ਜੀ, ਈੜੀ, ਗੱਗਾ, ਨਾਣਾ, ਚੱਚਾ, ਡਾੜਾ ਆਦਿ ਸਾਰੇ ਹੀ ਵਰਨ ਹਨ। ਦੇਖੋ ਜੀ ਅੱਗੇ, ਇੰਜ ਵਰਨ ਹੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦਾ ਹੈ। ਜੋ ਵਰਨ ਹੈ ਉਹ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ, ਕਿਉਂਕਿ ਇਸ ਨੂੰ ਅੱਗੋਂ ਹੋਰ ਛੋਟਾ ਨਹੀਂ ਕੀਤਾ ਜਾ ਸਕਦਾ, ਕਿ ਵਰਨ ਨੂੰ ਛੋਟਾ ਨਹੀਂ ਕੀਤਾ ਜਾਂਦਾ। ਠੀਕ ਹੈ, ਅੱਗੇ ਦੇਖੋ, ਵਰਨਾਂ ਦੇ ਸੁਮੇਲ ਨਾਲ ਹੀ ਸ਼ਬਦ ਬਣਦੇ ਹਨ। ਜਦੋਂ ਵਰਨ ਆਪਾਂ ਜੋੜ ਕੇ ਲਿਖਦੇ ਹਾਂ ਉਹਨਾਂ ਨਾਲ ਹੀ ਸ਼ਬਦ ਬਣਦੇ ਨੇ। ਜਿਵੇਂ ਕੱਕਾ ਜਮਾ ਰਾਰਾ ਜਮਾ ਮੰਮਾ। ਠੀਕ ਹੈ, ਕੀ ਬਣ ਗਿਆ ਜੀ? ਕਰਮ, ਕਰਮ। ਠੀਕ ਹੈ, ਅੱਗੇ ਬੱਬਾ ਜਮਾ ਲੱਲਾ ਜਮਾ ਦੱਦਾ। ਕੀ ਬਣ ਗਿਆ ਜੀ? ਬਲਦ। ਬਲਦ ਦੇ ਚਿੱਤਰ ਵੀ ਦਿੱਤਾ ਹੋਇਆ ਨਾਲ। ਠੀਕ ਹੈ ਜੀ, ਅੱਗੇ ਦੇਖੋ ਜੀ, ਪੱਬਾ ਜਮਾ ਰਾਰਾ ਜਮਾ ਮੰਮਾ। ਕੀ ਬਣ ਗਿਆ ਜੀ? ਪਰਮ। ਠੀਕ ਹੈ ਬੱਚਿਓ, ਅੱਗੇ ਵਰਨਾਂ ਦੀਆਂ ਕਿਸਮਾਂ। ਵਰਨਾਂ ਦੀਆਂ ਕਿਸਮਾਂ ਕਿੰਨੀਆਂ ਨੇ? ਦੋ। ਕਿਹੜੀ ਕਿਹੜੀਆਂ ਜੀ? ਸਵਰ ਔਰ ਵਿਅੰਜਨ। ਨੰਬਰ 1 ਹੈ ਸਵਰ, ਨੰਬਰ 2 ਵਿਅੰਜਨ। ਠੀਕ ਹੈ ਜੀ, ਅੱਗੇ ਦੇਖੋ ਜੀ, ਸਵਰਾਂ ਦੀਆਂ ਵੀ ਇਹਨਾਂ ਨੇ 3 ਕਿਸਮਾਂ ਦਿੱਤੀਆਂ ਨੇ ਕਿ ਸਵਰ ਕਿਹੜੇ ਕਿਹੜੇ ਹੁੰਦੇ ਨੇ। ਦੇਖੋ, ਊੜਾ, ਆੜਾ, ਈੜੀ, ਇਹ ਹੋ ਗਏ 3 ਸਵਰ। ਅੱਗੇ ਸਵਰਾਂ ਦੀਆਂ 10 ਧੁਨੀਆਂ ਨਿਕਲਦੀਆਂ ਹਨ। ਦੇਖੋ ਜੀ, ਜਿਵੇਂ ਆ ਮੁਕਤਾ, ਇਹਦੇ ਨਾਲ ਕੋਈ ਵੀ ਚਿੰਨ੍ਹ ਨਹੀਂ ਹੈ। ਆ ਨੂੰ ਕੰਨਾ, ਆ, ਈ, ਊ, ਐ, ਊ ਔਰ ਓ। ਠੀਕ ਹੈ ਜੀ, ਇਹ ਅੱਗੇ ਇਹਨਾਂ ਦੀਆਂ ਸਵਰਾਂ ਦੀਆਂ 10 ਧੁਨੀਆਂ ਬਣਦੀਆਂ ਹਨ। ਅੱਗੇ ਦੇਖੋ ਜੀ, ਵਿਅੰਜਨ। ਵਿਅੰਜਨ ਕਿੰਨੇ ਨੇ ਜੀ? 38 ਵਿਅੰਜਨ ਹੁੰਦੇ ਹਨ ਆਪਣੀ ਵਰਨਮਾਲਾ 'ਚ, ਅਤੇ ਸਵਰ ਹੁੰਦੇ ਨੇ 3। ਅੱਗੇ ਉਹਨਾਂ ਸਵਰਾਂ ਦੀਆਂ ਧੁਨੀਆਂ ਨਿਕਲਦੀਆਂ ਨੇ 10। ਜਿਵੇਂ ਦੇਖੋ ਜੀ, ਸੱਸਾ, ਹਾਹਾ, ਕੱਕਾ, ਖੱਖਾ, ਗੱਗਾ, ਘੱਗਾ, ਅੰਗਾ, ਚੱਚਾ, ਚੱਚਾ, ਜੱਜਾ, ਝੱਝਾ, ਨੀਆਂ, ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਤੱਤਾ, ਥੱਥਾ, ਦੱਦਾ, ਥੱਦਾ, ਨੰਨਾ, ਪੱਪਾ, ਫੱਫਾ, ਬੱਬਾ, ਭੱਬਾ, ਮੰਮਾ, ਯਈਆ, ਰਾਰਾ, ਲੱਲਾ, ਵਾਵਾ, ਡਾੜਾ, ਸੱਸੇ ਪੈਰ ਬਿੰਦੀ, ਖੱਕੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੀ ਪੈਰ ਬਿੰਦੀ ਔਰ ਫੱਫੇ ਪੈਰ ਬਿੰਦੀ ਔਰ ਲੱਲੇ ਪੈਰ ਬਿੰਦੀ। ਠੀਕ ਹੈ ਬੱਚਿਓ, ਔਰ ਐਸੇ ਸਾਡੇ 38 ਵਿਅੰਜਨ। ਅੱਗੇ ਦੇਖੋ ਜੀ, ਆਪਾਂ ਵਰਨਮਾਲਾ ਲਿਖਦੇ ਹਾਂ। ਵਰਨਮਾਲਾ ਦੇਖੋ ਜੀ, ਕਿਸੇ ਭਾਸ਼ਾ ਦੇ ਸਾਰੇ ਵਰਨਾਂ ਨੂੰ ਇੱਕ ਖਾਸ ਤਰਤੀਬ ਯਾਨੀ ਕਿ ਸੀਰੀਅਲ ਵਾਈਜ਼ ਲਿਖਣਾ। ਤਰਤੀਬ ਵਿੱਚ ਲਿਖਣ ਨਾਲ ਉਹਨਾਂ ਵਰਨਮਾਲਾ ਭਾਵ ਵਰਨਾਂ ਦੀ ਮਾਲਾ ਬਣ ਜਾਂਦੀ ਹੈ। ਇੰਜ ਦੇਖੋ ਜੀ, ਜਿਹੜੇ ਯਾਨੀ ਕਿ ਅਲੱਗ ਅਲੱਗ ਵਰਨ ਨਿਕਲਦੇ ਨੇ। ਠੀਕ ਹੈ, ਉਹਨਾਂ ਨੂੰ ਤਰਤੀਬ ਵਾਈਜ਼ ਲਿਖਣ ਲਈ ਕੀ ਅਲੱਗ ਅਲੱਗ ਹੀ ਵਰਨਾਂ ਦੀ ਕੀ ਬਣ ਜਾਂਦੀ ਹੈ? ਮਾਲਾ। ਅੱਗੇ ਦੇਖੋ ਜੀ, ਭਾਸ਼ਾ ਵਿਚਲੇ ਸਾਰੇ ਵਰਨਾਂ ਨੂੰ ਇੱਕ ਨਿਸ਼ਚਿਤ ਤਰਤੀਬ ਯਾਨੀ ਕਿ ਸੀਰੀਅਲ ਵਾਈਜ਼ ਨੂੰ ਹੀ ਉਸ ਦੀ ਭਾਸ਼ਾ ਦੀ ਵਰਨਮਾਲਾ ਕਿਹਾ ਜਾਂਦਾ ਹੈ ਜੀ। ਠੀਕ ਹੈ ਜੀ, ਅੱਗੇ ਦੇਖੋ ਜੀ, ਲਗਾ ਤੇ ਲਗਾਕਾਰ। ਲਗਾ ਕੀ ਹੁੰਦੇ ਜੀ? ਭਾਸ਼ਾ ਵਿਚਲੇ ਸ਼ਬਦਾਂ ਦੇ ਸ਼ੁੱਧ ਉਚਾਰਨ ਅਤੇ ਨਹੀਂ ਹੈ ਤੇ ਹੈ, ਉਚਾਰਨ ਤੇ ਸ਼ੁੱਧ ਲਿਖਣ ਰੂਪ
यानी कि शुद्ध लिखत रूप, यानी कि लिख के ਜਿਹੜਾ ਉਹਨਾਂ ਨੂੰ ਸਹੀ ਤਰੀਕੇ ਨਾਲ ਲਿਖਣ ਰੂਪ ਨੂੰ ਹੀ ਵਰਨਾਂ ਦੇ ਨਾਲ ਜਿਹੜੇ ਖਾਸ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਲਗਾ ਚਿੰਨ੍ਹ ਕਿਹਾ ਜਾਂਦਾ ਹੈ। ਜਿਵੇਂ ਕਿ ਕੀ ਕਹਿੰਦੇ ਨੇ, ਵਰਨਾਂ ਨੂੰ ਲਿਖਣਾ ਸ਼ੁੱਧ ਯਾਨੀ ਕਿ ਸਾਫ਼ ਲਿਖਣ ਨਾਲ ਉਹਨਾਂ ਵਿੱਚੋਂ ਜਿਹੜੀ ਆਵਾਜ਼ ਮਤਲਬ ਵੀ ਜਿਹੜੇ ਖਾਸ ਚਿੰਨ੍ਹ ਬਣਦੇ ਨੇ, ਠੀਕ ਹੈ, ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਲਗਾ। ਜਿਵੇਂ ਕਰ ਵੀ ਬਣ ਜਾਂਦਾ ਜਿਵੇਂ ਕਰ। ਔਰ ਇੱਥੇ ਆਪਾਂ ਨੇ ਕਾਰ ਲਿਖਣਾ ਹੋਏ ਨਾਲ ਲਗਾ ਦਿਓ ਲਗਾ, ਕੀ ਬਣਦੀ ਹੈ, ਕਾਰ। ਇਹਨੂੰ ਕੀ ਹੋਈ, ਆਦਿ ਲਗਾ। ਠੀਕ ਹੈ ਜੀ। ਵਿਅੰਜਨ ਦੇ ਨਾਲ ਸਵਰ ਨਹੀਂ ਬਲਕਿ ਉਸਦੀ ਲਗਾ ਲੱਗਦੀ ਹੈ। ਠੀਕ ਹੈ, ਲਗਾ ਦਾ ਮਤਲਬ ਲੱਗੇ ਜਿਹੜੇ ਚਿੰਨ੍ਹਾਂ ਦਾ ਆਪਾਂ ਨਾ ਪ੍ਰਯੋਗ ਕੀਤਾ ਜਾਂਦਾ ਹੈ ਭਾਸ਼ਾ ਨੂੰ ਲਿਖਣ ਜਾਂ ਸਵਾਰਨ 'ਚ। ਵਿਅੰਜਨਾਂ ਦੇ ਨਾਲ ਲਗ ਨਹੀਂ, ਉਸ ਦੇ ਲਗ ਜਾਂਦੀ ਹੈ। ਅੱਗੇ ਦੇਖੋ ਜੀ, ਘੋੜਾ ਸ਼ਬਦ ਲਿਖਣ ਲਈ ਪਹਿਲੇ ਘੱਗੇ ਵਰਨ ਉੱਪਰ ਓ ਦੀ ਲਗਾ ਕੀ ਹੁੰਦੀ ਹੈ, ਮਾਤਰਾ। ਔਰ ਪਿਛਲੇ ਵਾਲੇ ਵਰਣ ਨਾਲ ਯਾਨੀ ਕਿ ਘੋੜਾ ਦੇ ਨਾਲ ਦੀ ਆਵਾਜ਼ ਆ ਰਹੀ ਹੈ। ਠੀਕ ਹੈ, ਆਦਾ ਡੰਡਾ ਹੈ, ਇਸ ਕਰਕੇ ਇਹਦੀ ਕੀ ਹੋਈ, ਲਗਾ। ਠੀਕ ਹੈ ਬੱਚੋ। ਅੱਗੇ ਹੈ ਗੁਰਮੁਖੀ ਲਿਪੀ ਵਿੱਚ ਹੇਠਲੀਆਂ 10 ਲਗਾਂ, ਜਿਹੜੀਆਂ ਆਪਾਂ ਨੂੰ 10 ਲਗਾਂ ਨੇ ਉਹਨਾਂ ਨਾਲ ਕਿਹੜੇ ਵਰਣ ਬਣਦੇ ਨੇ। ਦੇਖੋ ਜੀ, ਪਹਿਲਾ ਤਾਂ ਕੋਲਮ ਬਣਾਇਆ ਉਹਨਾਂ ਨੇ, ਕ੍ਰਮਵਾਰ ਲਿਖਣਾ ਯਾਨੀ ਕਿ ਸੀਰੀਅਲ ਵਾਈਜ਼ ਲਿਖਣਾ। ਦੂਜੀ ਹੈ ਸਵਰ ਧੁਨੀਆਂ, ਠੀਕ ਹੈ। ਤੀਜੀ ਕੀ ਹੈ, ਲਗਾ। ਔਰ ਚੌਥਾ ਇਹਨਾਂ ਦੇ ਚਿੰਨ੍ਹ ਦਿੱਤੇ ਹੋਏ ਨੇ, ਕਿਹੜੇ ਚਿੰਨ੍ਹ ਨੇ। ਅੱਗੇ ਸ਼ਬਦ ਵੀ ਇਹਨਾਂ ਦੇ ਨਾਲ ਹੀ ਦਿੱਤੇ ਹੋਏ ਨੇ ਕਿ ਕਿਹੜੇ ਲਗਾ ਤੋਂ ਕੋਈ ਸ਼ਬਦ ਬਣਦਾ ਹੈ। ਠੀਕ ਹੈ ਬੱਚੋ, ਆਪਾਂ ਨੰਬਰ 1 ਤੋਂ ਸਟਾਰਟ ਕਰਦੇ ਹਾਂ। ਜਿਵੇਂ ਨੰਬਰ 1 ਸਵਰ, यानी कि इत्थे कोई भी स्वर नहीं है, उड़ा स्वर नहीं उड़ा स्वर तो है बट इत्थे कोई स्वर नहीं है, खाली मुक्ता है और कोई भी चिन्ह नहीं लगता। जिमें आप दो अखरां वाले वर्ड लिखते हैं, 3 अखरां वाले लिखते हैं। जिमें देखो जी, जिन्हां नाल कोई भी लगा नहीं लगती वो की हुंदा है, मुक्ता, खाली। जिमें दे कोई चिन्ह तो है नहीं, इहदा की अपने की लिखांगे, अकल अकल, असर असर, डर डर। ठीक है जी। नंबर दूजा देखो जी, बड़े आदि मात्रा यानी कि की हुंदा है, कन्ना। पंजाबी च तो आप कहते हैं बड़े आ की मात्रा, और पंजाबी च की कहते हैं इनू, कन्ना। कन्ना का निशान देखो जी, इदा करके इदा। ठीक है जी। जिमें ल आल लाल, ह आर हार, च आर चार। ठीक है जी। नंबर 3 ई यानी कि सिहारी। सिहारी किदा है जी, देखो जी ध्यान नाल, सिहारी और सिहारी नाल किदा इन्हां दे उदाहरण दित्ते होए नाल, सही सस्से नूं सिहारी, हा रारे नूं कन्ना, की होया सेरा। वावे नूं सिहारी, आड़े नी कन्ना, हा वेहा। दद्दे नूं सिहारी, नन्ना दिन। ठीक है बच्चों, ऐसी सिहारी दियां उदाहरणां। अगे नंबर 4 देखो जी, ई यानी कि ई की है, बिहारी। बिहारी सिहारी का मूँह इधरों स्टार्ट होता है और बिहारी का पिछे दो। जिमें नन्ने ने बिहारी रारा नीर, वावे ने बिहारी रारा वीर, और पप्पे ने बिहारी रारा पीर। ठीक है जी। अगे ओ यानी कि ओ नंबर 5 देखो जी, ओ की मात्रा यानी कि औंकड़। औंकड़ का चिन्ह देखो जी, औंकड़ का चिन्ह। जिमें जज्जे नूं औंकड़ राड़ा जुड़, गग्गे नूं औंकड़ राड़ा गुड़, पप्पे नूं औंकड़ राड़ा पुड़। ठीक है जी। अगे नंबर 6 देखो जी, ऊ यानी कि बड़ा ऊ, कि इहदा की चिन्ह जी, दुलावा। लावें च एक लाइन हुंदी है और दुलावें च 2 हुंदे ने। ठीक है, इदा करके पाए हुंदे ने। जिमें ऊड़े नूं दलैंकड़ ठट्ठा ऊंट, दद्दे नूं दलैंकड़ रारा दूर, मम्मे नूं दलैंकड़ रारा तत्ता मूरत। ठीक है बच्चों। अगे ए दी, जिमें ए दा की है, ल, ए उपर बिंदी, ल दा मात्रा पाके उपर बिंदी, जिमें। ठीक है, चिन्ह देखो जी, ए। जिमें
ਲਾਵਾਂ ਜਿਹਨੂੰ ਕਹਿੰਦੇ ਨੇ, ਠੀਕ ਹੈ। ਲਾ ਖੇਤ, ਜਿਵੇਂ ਖੱਖੇ ਨੂੰ ਲਾਵਾਂ ਤੱਤਾ ਖੇਤ, ਦੱਦੇ ਨੂੰ ਲਾਵਾਂ ਰਾ ਦੇਰ, ਕੱਕੇ ਨੇ ਲਾਵਾਂ ਕੇ, ਲੱਲੇ ਨੇ ਲਾਵਾਂ ਲੈ ਕੇਲੇ, ਠੀਕ ਹੈ ਜੀ। ਅੱਗੇ ਨੰਬਰ 8 ਦੇਖੋ ਜੀ, ਉਹ ਯਾਨੀ ਕਿ ਦੁਲਾਵਾਂ। ਉਹ ਲਾਵਾਂ ਸੀ ਯਾਨੀ ਕਿ ਲਾ ਬੋਲਦੇ ਨੇ ਇਹਨੂੰ, ਔਰ ਇਹ ਨੇ ਦੁਲਾਵਾਂ। ਦੁਲਾਵਾਂ ਲਾਵਾਂ ਦਾ ਤਾਂ ਇੱਕ ਚਿੰਨ੍ਹ ਪੈਂਦਾ ਉੱਪਰ ਨੂੰ, ਔਰ ਦੁਲਾਵਾਂ ਦੇ ਦੋ। ਜਿਵੇਂ ਦੇਖੋ ਜੀ, ਖੱਖੇ ਨੂੰ ਦਲਾਵਾਂ ਰਾ ਖੈਰ, ਪੱਪੇ ਨੂੰ ਦਲਾਵਾਂ ਰਾ ਪੈਰ, ਸੱਸੇ ਨੂੰ ਦਲਾਵਾਂ ਰਾ ਸੈਰ, ਠੀਕ ਹੈ ਜੀ। ਅੱਗੇ ਕੋਈ 9ਵਾਂ ਦੇਖੋ ਜੀ, ਉਹ ਕੀ ਹੈ? ਹੋੜਾ। ਉਹਦਾ ਚਿੰਨ੍ਹ ਕੀ ਹੈ? ਲੱਗਾ ਕੀ ਹੈ? ਹੋੜਾ। ਹੋੜੇ ਦਾ ਨਿਸ਼ਾਨ ਕੀ ਹੈ ਜੀ? ਠੀਕ ਹੈ, ਇੱਥੇ ਛੋਟਾ ਭਾਵੇਂ ਆਪਾਂ ਤੁਹਾਨੂੰ ਵੱਡਾ ਕਰਕੇ ਪਾਉਂਦੇ ਹਾਂ, ਠੀਕ ਹੈ। ਹੋੜੇ ਦਾ ਨਿਸ਼ਾਨ ਦੇਖੋ ਜੀ। ਅੱਗੇ ਮੰਮੀ ਨੂੰ ਹੋੜਾ ਰਾ ਮੋਰ, ਹਾਹੇ ਨੂੰ ਹੋੜਾ ਰਾ ਹੋਰ, ਪੱਪਾ ਡਾੜੇ ਨੇ ਹੋੜਾੜੋ ਪੜੋ, ਠੀਕ ਹੈ ਜੀ। ਅੱਗੇ ਨੰਬਰ 10 ਦੇਖੋ ਜੀ, ਉਹ ਯਾਨੀ ਕਿ ਕਨੋੜਾ, ਠੀਕ ਹੈ। ਓੜਾ ਤਾਂ ਹੁੰਦਾ ਸਿੰਪਲ ਪਾਇਆ, ਔਰ ਕਨੋੜਾ ਪਾਉਂਦੇ ਨੇ ਇੱਦਾਂ ਕਰਕੇ ਤੇ ਇੱਦਾਂ ਮੂੰਹ ਕਰਕੇ, ਠੀਕ ਹੈ। ਕੀ ਬਣ ਗਿਆ? ਕਨੋੜਾ। ਅੱਗੇ ਕੱਕੇ ਨੂੰ ਕਨੋੜਾ ਕੋਲ ਲੱਲਾ ਕੋਲ, ਆੜੇ ਨੂੰ ਕਨੋੜਾ ਓੜ ਆੜਾ ਓੜ, ਅੱਗੇ ਆੜੇ ਨੂੰ ਓੜਾ ਓ ਰਾ ਤੱਤਾ ਔਰਤ, ਠੀਕ ਹੈ ਬੱਚਿਓ। ਇਹ ਸੀ ਸਾਡੀ ਗੁਰਮੁਖੀ ਲਿਪੀ ਦੀਆਂ 10 ਲਗਾਂ, ਇਹਨਾਂ ਦੇ ਚਿੰਨ੍ਹ, ਉਦਾਹਰਨ ਔਰ ਇਹਨਾਂ ਦੀ ਸਾਊਂਡ ਜਿਹੜੀ ਧੁਨੀ ਨਿਕਲਦੀ ਹੈ। ਸਵਰਤ ਅੱਗੇ ਦੇਖੋ ਜੀ, ਲਗਾ ਦੀ ਵਰਤੋਂ ਦੇ ਨਿਯਮ, ਠੀਕ ਹੈ। ਦੇਖ ਮੁਕਤਾ ਲਗਨ ਨਾਲ ਕੋਈ ਵੀ ਚਿੰਨ੍ਹ ਨਹੀਂ ਹੁੰਦਾ, ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸਿਆ ਸੀ। ਇਸ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ, ਇਹਨਾਂ ਦੇ ਨਾਲ ਹੀ ਉਦਾਹਰਨ ਦਿੱਤੇ ਹੋਏ ਨੇ, ਜਿਵੇਂ ਅਦਕਰ, ਘਰ, ਡਰ ਔਰ ਸੱਤ। ਇਹਦੇ ਨਾਲ ਕੋਈ ਵੀ ਯਾਨੀ ਕਿ ਲਗਾ ਦੀ ਜ਼ਰੂਰਤ ਨਹੀਂ ਪੈਂਦੀ। ਹੁਣ ਕੰਨਾ ਕੀ ਹੈ ਜੀ? ਜਿਹੜਾ ਕੰਨਾ ਮਤਲਬ ਬੜੇ ਅ ਦੀ ਆਵਾਜ਼ ਆਉਂਦੀ ਹੈ ਉਹਦੇ 'ਚ, ਔਰ ਜਿਵੇਂ ਇਹਦੇ ਉਦਾਹਰਨ ਦਿੱਤੇ ਹੋਏ ਨੇ, ਕੰਨਾ ਬੜਿਆਂ ਦੀ ਆਵਾਜ਼ ਆ ਰਹੀ, ਇਹਦੇ ਉਦਾਹਰਨ ਲਿਖੇ ਦਿੰਦੇ, ਇਹ ਹਮੇਸ਼ਾ ਪਿੱਛੇ ਲਿਖਿਆ ਹੁੰਦਾ, ਠੀਕ ਹੈ। ਕੰਨਾਂ ਦੀ ਵਰਤੋਂ ਵਰਨ ਦੇ ਪਿੱਛੇ ਹੁੰਦੀ ਹੈ, ਇਸ ਦੀ ਧੁਨੀ ਆ ਵਾਲੀ ਹੁੰਦੀ ਹੈ, ਜਿਵੇਂ ਕ ਆਰ ਕਾਰ, ਹ ਆਰ ਹਾਰ, ਬ ਆਲਕ ਬਾਲਕ, ਪੱਬਾ ਰਾ ਸੌਰੀ ਪੱਬੇ ਨੂੰ ਪ ਆਰ ਪਾਰ। ਹੁਣ ਦੇਖੋ ਜੀ ਅੱਗੇ ਸਿਹਾਰੀ। ਸਿਹਾਰੀ ਦੀ ਵਰਤੋਂ ਵਰਨ ਦੇ ਅੱਗੇ ਹੁੰਦੀ ਹੈ। ਕਿੱਦੇ ਹੁੰਦੀ ਹੈ? ਵਰਨ ਦੇ ਅੱਗੇ। ਇਸ ਦੀ ਧੁਨੀ ਕਿਹੜੀ ਨਿਕਲਦੀ ਹੈ? ਈ ਵਾਲੀ, ਜਿਵੇਂ ਕੀ ਈ ਕ ਈ ਰਤ ਕੀਰਤ, ਦ ਈ ਲ ਦਿਲ, ਚ ਈ ਰ ਚਿਰ, ਈ ਮ ਲੀ ਇਮਲੀ, ਠੀਕ ਹੈ ਬੱਚਿਓ। ਅੱਗੇ ਬਿਹਾਰੀ ਦੀ ਮਾਤਰਾ। ਬਿਹਾਰੀ ਦੀ ਕੀ ਹੈ? ਵਰਨ ਦੇ ਪਿੱਛੇ ਹੁੰਦੀ ਹੈ। ਸਿਹਾਰੀ ਦੀ ਵਰਨ ਦੇ ਅੱਗੇ ਹੁੰਦੀ ਹੈ, ਔਰ ਬਿਹਾਰੀ ਦੀ ਪਿੱਛੇ ਹੁੰਦੀ ਹੈ, ਠੀਕ ਹੈ ਜੀ। ਅੱਗੇ ਦੀ ਕਿਹੜੀ ਧੁਨੀ ਨਿਕਲਦੀ ਹੈ? ਈ ਵਾਲੀ, ਜਿਵੇਂ ਤ ਈਰ ਤੀਰ, ਪ ਈੜ ਪੀੜ, ਗ ਰ ਮ ਈ ਗਰਮੀ, ਪ ਨ ਈ ਰ ਪਨੀਰ, ਠੀਕ ਹੈ ਜੀ। ਅੱਗੇ ਹੈ ਔਂਕੜ। ਔਂਕੜ ਦੀ ਵਰਤੋਂ ਵਰਨ ਦੇ ਹੇਠਾਂ ਹੁੰਦੀ ਹੈ, ਇਸ ਦੀ ਧੁਨੀ ਊ ਵਾਲੀ ਹੁੰਦੀ ਹੈ, ਜਿਵੇਂ ਹ ਊ ਨ ਹੁਣ, ਮ ਊੜ ਮੁੜ, ਤ ਊਰ ਤੁਰ, ਬ ਊ ਲ ਬ ਊ ਲ ਬੁਲਬੁਲ, ਠੀਕ ਹੈ। ਓ ਵਾਲੀ ਸਾਊਂਡ ਨਿਕਲਦੀ ਹੈ ਜਿਹੜੀ ਔਂਕੜ 'ਚ ਨਿਕਲਦੀ ਹੈ, ਠੀਕ ਹੈ। ਅੱਗੇ ਦੇਖੋ ਜੀ, ਦੁਲੰਕੜ ਦੀ ਵਰਤੋਂ ਵਰਨ ਦੇ ਹੇਠਾਂ ਹੁੰਦੀ ਹੈ, ਇਸ ਦੀ ਧੁਨੀ ਓ ਵਾਲੀ ਹੁੰਦੀ ਹੈ, ਜਿਵੇਂ ਬ ਊਰ ਬੂਰ, ਊਠ ਊਂਠ, ਪ ਊ ਰ ਆ ਪੂਰਾ, ਪ ਊ ਤ ਪੂਤ, ਠੀਕ ਹੈ ਬੱਚਿਓ। ਅੱਗੇ ਹੈ ਲੈ ਦੀ ਆਵਾਜ਼। ਲੈ ਦੀ ਵਰਤੋਂ ਵਰਨ ਦੇ ਉੱਪਰ ਹੁੰਦੀ ਹੈ, ਇਹਦੀ ਧੁਨੀ ਏ ਵਾਲੀ ਹੁੰਦੀ ਹੈ, ਜਿਵੇਂ ਹ ਨ ਏ ਰ ਆ ਹਨੇਰਾ, ਦ ਏ ਰ ਦੇਰ, ਵ ਏ ਲ ਵੇਲ, ਕ ਏ ਲ ਏ ਕੇਲੇ, ਠੀਕ ਹੈ ਜੀ। ਅੱਗੇ 8 ਵਾਲੀ ਇਹਨਾਂ ਧੁਨੀ ਦੁਲਾਵਾਂ ਦੀ ਵਰਤੋਂ ਉੱਪਰ ਵਰਨ ਦੇ ਉੱਪਰ ਹੁੰਦੀ ਹੈ, ਇਹਦੀ ਧੁਨੀ ਕਿਹੜੀ ਹੁੰਦੀ ਹੈ? ਓ ਵਾਲੀ, ਜਿਵੇਂ ਸ ਐਰ ਸੈਰ, ਪ ਐਲ ਪੈਲ, ਵ ਏਰ ਵੈਰ, ਏ ਨ ਕ ਐਨਕ। ਇਹਨਾਂ ਦੀ ਮਤਲਬ ਬੜੇ ਏ ਦੀ ਆਵਾਜ਼ ਆਉਂਦੀ ਹੈ ਇਹਦੇ 'ਚ। ਅੱਗੇ ਦੇਖੋ ਜੀ 9ਵਾਂ ਨੰਬਰ ਹੋੜਾ।
ਹੋੜਾ ਦੀ ਵਰਤੋਂ ਵਰਨ ਦੇ ਉੱਪਰ ਹੁੰਦੀ ਹੈ, ਇਹਦੀ ਧੁਨੀ ਓ ਵਾਲੀ ਹੁੰਦੀ ਹੈ, ਜਿਵੇਂ ਕ ਓਟ ਕੋਟ, ਡ ਓਰ ਡੋਰ, ਊਟ ਊਟ, ਬ ਓਲ ਬੋਲ। ਠੀਕ ਹੈ ਜੀ। ਅੱਗੇ ਹੈ ਕਨੋੜਾ ਦੀ ਵਰਤੋਂ, ਅੱਗੇ ਹੈ ਕਨੋੜਾ। ਕਨੋੜਾ ਦੀ ਵਰਤੋਂ ਵਰਨ ਦੇ ਉੱਪਰ ਹੁੰਦੀ ਹੈ ਜੀ, ਇਹਦੀ ਧੁਨੀ ਕਿਹੜੀ ਹੁੰਦੀ ਹੈ? ਓ ਵਾਲੀ, ਜਿਵੇਂ ਚ ਓਲ ਚੋਲ, ਤ ਓਣ ਧੌਣ, ਕ ਓਲ ਕੋਲ, ਧੌਣ ਹੁੰਦੀ ਹੈ ਜੀ ਗਰਦਨ। ਠੀਕ ਹੈ ਜੀ। ਅੱਗੇ ਊੜਾ ਆੜਾ ਅਤੇ ਈੜੀ ਨਾਲ ਖਾਸ ਲਗਾਂ ਹੀ ਲੱਗਦੀਆਂ ਹਨ, ਜਿਵੇਂ ਊੜੇ ਨਾਲ ਕੇਵਲ 3 ਲਗਾਂ ਔਂਕੜ, ਦੁਲੈਂਕੜ ਅਤੇ ਹੋੜਾ ਲੱਗਦਾ ਹੈ। ਠੀਕ ਹੈ ਜੀ। ਕੀ ਕਿਹਾ ਇੱਥੇ ਕਿ ਊੜੇ ਨਾਲ ਕੇਵਲ 3 ਲਗਾਂ ਹੀ ਲੱਗਦੀਆਂ ਹਨ, ਔਂਕੜ, ਦੁਲੈਂਕੜ ਅਤੇ ਹੋੜਾ। ਔਂਕੜ ਨਾਲ ਦੇਖੋ ਜੀ, ਜਿਵੇਂ ਊਨਾ, ਉਸ, ਉਨਾਸੀ। ਠੀਕ ਹੈ। ਔਂਕੜ ਦੀ ਵਰਤੋਂ ਦੁਲੌਂਕੜ ਨਾਲ ਉਗਣਾ, ਊਣਾ ਔਰ ਊਂਟ। ਹੋੜਾ ਦੀ ਵਰਤੋਂ ਉਕਟ, ਊਟ ਔਰ ਉਲਾ, ਉਲਹਾ, ਉਹਲਾ। ਦੇਖੋ ਜੀ, ਜਦੋਂ ਊੜਾ ਅੱਖਰ ਮੂੰਹ ਵਿੱਚੋਂ ਜਦੋਂ ਮੂੰਹ ਵਿੱਚੋਂ ਊੜੇ ਦੀ ਆਵਾਜ਼ ਖੁੱਲ੍ਹਦੀ ਹੈ ਤਾਂ ਆਵਾਜ਼ ਕਿਹਦੀ ਹੁੰਦੀ ਹੈ? ਓ ਦੀ। ਇਸ ਦਾ ਉਚਾਰਨ ਹੁੰਦਾ ਹੈ ਹੋੜਾ। ਠੀਕ ਹੈ। ਆੜੇ ਨਾਲ ਕੇਵਲ 4 ਲਗਾਂ ਲੱਗਦੀਆਂ ਹਨ, ਕਿਹੜੀਆਂ ਕਿਹੜੀਆਂ? ਮੁਕਤਾ, ਕੰਨਾ, ਦਲਾਵਾਂ ਔਰ ਕਨੋੜਾ। ਠੀਕ ਹੈ ਜੀ। ਅੱਗੇ ਈੜੀ ਜਿਹੜੀਆਂ ਮਤਲਬ ਜਿਵੇਂ ਮੁਕਤਾ ਨਾਲ ਅਕਲ 3 ਅੱਖਰਾਂ ਵਾਲੇ ਵਰਡ ਲਿਖੇ ਹੋਏ ਨੇ, ਅਮਲ, ਅਕਲ ਔਰ ਅਸਰ। ਕੰਨਾਂ ਨਾਲ ਆਪ, ਆਮ ਔਰ ਆਕੜ। ਦੁਲਾਵਾਂ ਨਾਲ ਐਨਕ, ਐਬ ਔਰ ਐਤਵਾਰ। ਕਨੋੜਾ ਨਾਲ ਔੜ, ਔਖਾ ਔਰ ਔਂਤਰਾ। ਠੀਕ ਹੈ ਜੀ। ਈੜੀ ਨਾਲ ਕਿੰਨੀਆਂ ਲੱਗਦੀਆਂ ਹਨ? 3 ਲਗਾਂ। ਕਿਹੜੀਆਂ ਕਿਹੜੀਆਂ? ਸਿਹਾਰੀ, ਬਿਹਾਰੀ ਔਰ ਲੈ ਦੀ, ਯਾਨੀ ਕਿ ਲਾਵਾਂ ਦੀ। ਜਿਵੇਂ ਸਿਹਾਰੀ ਨਾਲ ਇੱਟ, ਇੱਜ਼ਤ ਔਰ ਇੰਨਾ। ਬਿਹਾਰੀ ਨਾਲ ਲਈ, ਤਲਾਈ ਔਰ ਹਟਾਈ। ਲੈ ਨਾਲ ਜਾਏ, ਸਾਏ ਔਰ ਗਾਏ। ਠੀਕ ਹੈ ਜੀ। ਹੁਣ ਇਹਨਾਂ ਨੂੰ ਅੱਗੇ ਦਿੱਤਾ ਹੋਇਆ ਜੀ ਲਗਾਕਾਰ ਦੇਖੀਏ। ਇੱਥੇ ਦੇਖੋ ਜੀ, ਲਗਾਕਾਰ ਕੀ ਹੈ? ਸ਼ਬਦਾਂ ਦੇ ਸ਼ੁੱਧ ਉਚਾਰਨ ਦੀ ਵਰਤੋਂ ਵਿਚਾਰਨ ਲਈ ਵਰਨਾਂ ਨਾਲ ਲੱਗੀਆਂ ਜਿਹੜੀ ਲਗਾਂ 'ਚ ਕੁਝ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ਲਗਾ ਚਿੰਨ੍ਹ ਕਿਹਾ ਜਾਂਦਾ। ਜਿਵੇਂ ਦੇਖੋ ਜੀ, ਸ਼ਬਦਾਂ ਦੇ ਸ਼ੁੱਧ ਜਾਂ ਠੀਕ ਉਚਾਰਨ ਯਾਨੀ ਕਿ ਸਹੀ ਢੰਗ ਨਾਲ ਬੋਲਣ ਨਾਲ ਵਰਨਾਂ 'ਤੇ ਜਿਹੜੀਆਂ ਲਗਾਂ ਦੇ ਕੁਝ ਖਾਸ ਚਿੰਨ੍ਹਾਂ ਦੀ, ਯਾਨੀ ਕਿ ਜਿਹੜੇ ਲਗਾ ਦੇ ਨਾਲ ਕੁਝ ਖਾਸ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ਉਸਦਾ ਲਗਾਕਾਰ ਕਿਹਾ ਜਾਂਦਾ ਹੈ। 3 ਪ੍ਰਕਾਰ ਦੇ ਹੁੰਦੇ ਹਨ: ਟਿੱਪੀ, ਅਦਕ ਔਰ ਬਿੰਦੀ। ਠੀਕ ਹੈ। ਬਿੰਦੀ, ਟਿੱਪੀ ਔਰ ਅਦਕ। ਅੱਗੇ ਇਹਨਾਂ ਨੂੰ ਕ੍ਰਮਵਾਰ ਲਿਖਿਆ ਹੋਇਆ ਦੇਖੋ ਜੀ। ਲਗਾਕਾਰ ਕਿੰਨੇ ਹੁੰਦੇ ਨੇ? 3, ਬਿੰਦੀ, ਟਿੱਪੀ ਔਰ ਔਂਕੜ। ਹੁਣ ਇਹਨਾਂ ਨੂੰ ਕ੍ਰਮਵਾਰ ਲਿਖਿਆ ਆਪਾਂ ਤੁਹਾਨੂੰ ਦੱਸਦੇ ਹਾਂ। ਦੇਖੋ ਜੀ, ਨੰਬਰ 1 'ਤੇ ਬਿੰਦੀ ਦਾ ਨਿਸ਼ਾਨ ਹੈ ਜੀ, ਦੇਖੋ ਜੀ ਉੱਪਰ। ਠੀਕ ਹੈ ਜੀ। ਔਰ ਇਹਦੇ ਨਾਸਿਕ ਤੋਂ ਆਵਾਜ਼ ਆਉਂਦੀ ਹੈ ਇਹਦੀ, ਜਿਵੇਂ ਕਾਂ, ਤਾਂ, ਥ ਔਰ ਸਾਂ। ਠੀਕ ਹੈ। ਟਿੱਪੀ ਦੀ ਜਿਹੜੀ ਉੱਪਰ ਛੋਟਾ ਜਿਹਾ 3 ਲੱਗਿਆ, ਟਿੱਪੀ ਦਾ। ਠੀਕ ਹੈ ਜੀ। ਜਿਵੇਂ ਨਾਸਿਕਾ 'ਚ ਇਹਦੀ ਆਵਾਜ਼ ਆਉਂਦੀ ਹੈ, ਜਿਵੇਂ ਜੰਗ, ਧੁੰਦ, ਸੰਤਰਾ ਔਰ ਮੰਦਿਰ। ਅਦਕ ਦਾ ਚਿੰਨ੍ਹ ਹੁੰਦਾ ਜੀ ਚੰਦ ਵਰਗਾ, ਯਾਨੀ ਕਿ ਅੱਧਾ ਚੰਦ। ਠੀਕ ਹੈ। ਇਹ ਦੱਬਾ ਵਾਲੀ ਧੁਨੀ ਹੈ, ਜਿਵੇਂ ਮਿੱਤਰ, ਤਿੱਤਰ, ਹੱਥ ਔਰ ਸੱਤ। ਠੀਕ ਹੈ ਜੀ। ਅੱਗੇ ਇਹਨਾਂ ਦੇ ਉਦਾਹਰਨ ਯਾਨੀ ਕਿ ਦਿੱਤੇ ਹੋਏ ਨੇ, ਅੱਗੇ ਮੈਂ ਤੁਹਾਨੂੰ ਦੱਸਦੀ ਹਾਂ। ਬਿੰਦੀ ਦੀ ਵਰਤੋਂ ਦੇ ਨਿਯਮ। ਬਿੰਦੀ ਇੱਕ ਨਾਸਿਕ ਚਿੰਨ੍ਹ ਹੈ, ਯਾਨੀ ਕਿ ਬਿੰਦੀ ਇੱਕ ਨਾਸਿਕ ਚਿੰਨ੍ਹ ਹੈ ਔਰ ਇਹਨੂੰ 6 ਲਗਾਂ ਲੱਗਦੀਆਂ, ਜਿਵੇਂ ਕੰਨਾ, ਬਿਹਾਰੀ, ਲਾਵਾਂ, ਦਲਾਵਾਂ, ਹੋੜਾ, ਖਨੋੜਾ। ਠੀਕ ਹੈ ਜੀ। ਕੰਨਾਂ ਨਾਲ ਚਾਚਾ, ਮਾਮਾ, ਬਾਗ। ਬਿਹਾਰੀ ਨਾਲ ਅਸੀਂ, ਤੁਸੀਂ, ਨਹੀਂ, ਜਾਵੀਂ, ਮੀਂਹ ਔਰ ਨੀਂਦ। ਲਾ ਨਾਲ ਜਿਵੇਂ, ਕਿਵੇਂ, ਗੇਦ, ਤਿਵੇਂ, ਕੇਦਰ, ਪੇਂਡੂ। ਦਲਾਵਾਂ ਨਾਲ ਬੈਂਤ, ਬੈਂਗਣ, ਬੈਂਸ, ਪੈਂਦੇ, ਪੈਂਤੀ ਔਰ ਕੈਂਚੀ। ਹੋੜਾ ਨਾਲ ਗੋਦ, ਹੋਦ, ਰੋਂਦਾ, ਧੋਂਦਾ, ਮਿੱਥੋਂ, ਤੇਥੋਂ। ਕਨੋੜਾ ਨਾਲ ਔਸੀਆਂ, ਸ਼ੌਂਕੀ, ਸ਼ੌਂਕ, ਸੌਕਣ, ਔਂਤਰਾ ਔਰ ਜੌਂ। ਠੀਕ ਹੈ ਜੀ। ਅੱਗੇ ਹੈ ਟਿੱਪੀ। ਟਿੱਪੀ ਦੀ ਇਹ ਵੀ ਇੱਕ ਨਾਸਿਕ ਚਿੰਨ੍ਹ ਹੈ, ਇਹਦੇ ਨਾਲ 4 ਲਗਾਂ ਲੱਗਦੀਆਂ ਹਨ। ਕਿਹੜੀਆਂ? ਮੁਕਤਾ, ਸਿਹਾਰੀ, ਔਂਕੜ ਔਰ ਦਲੌਂਕੜ। ਮੈਂ ਇਹਨਾਂ ਦਾ ਤੁਹਾਨੂੰ
जल्दी जल्दी ये दसदी हाँ, ठीक है। जिमें मुक्ता दा अंब जंग रंग धन कम संग भंग संग, ठीक है, कोई भी चिन्ह नहीं है। बिंदी टिप्पी नाली दा इंजण अगे सियारी इंजण इंज किंज पिंड टिंड सिंह हिम्मत। और औंकड़ नाल घुम भुन धुन हुंब टुबना सुंड चुंड, ठीक है। दुलौंकड़ टुंड पुंजी पुज्जी बुंदी गूंद हंजू हूंज बूंद और जूं, ठीक है जी। अद्धक की वरतों दबाव वाली धूनी है। इसनों पंजाबी भाषा उपर जिहड़े अखर की आवाज़ यानी कि दोहरी आवाज़ दो तरीके नाल आवाज़ निकलती है, दोहरे तरीके नाल आवाज़ निकलती है, उस उपर अद्धक का प्रयोग किया जाता है। अद्धक नूं चार लगा लगदियां, जिवें मुक्ता सिहारी औंकड़ और दलौंकड़। मुक्ता सज्जा खब्बा बच्चा हज्जा भज्जा, सिहारी पिल्ला टिल्ला बिल्ला इट दिल्ली और किला। औंकड़ सूझ बुल हुक्का पुल्ला भुक्खा बुज्जा और चुल्ला। तलावा देखो जी, पैन चैक गैस बैल। ऊ नाल हमेशा बिंदी की वरतों ही की जाती है, जिमें क्यों उंज उंग उकार त्यों आदि, ठीक है जी। और अगे ने साडे अर्ध स्वर यानी कि अर्ध स्वर दुत अखर। पंजाबी भाषा विच इस तरह ਦੀਆਂ ਧੁਨੀਆਂ भी ਹੁੰਦੀਆਂ ਹਨ ਜਿਹੜੀਆਂ ਦੂਸਰੇ ਵਰਨਾਂ ਦੇ ਹੇਠ ਪਾਉ ਪੈਰਾਂ ਵਿੱਚ ਪਾਈਆਂ ਜਾਂਦੀਆਂ ਹਨ। ਅਜਿਹੀਆਂ ਧੁਨੀਆਂ ਦੇ ਚਿੰਨ੍ਹ ਅਤੇ ਅੱਖਰ ਹ ਰ ਵ ਹਨ। ਇਹਨਾਂ ਦੇ ਪੈਰਾਂ ਵਿੱਚ ਕ੍ਰਮਵਾਰ ਲਿਖਿਆ ਜਾਂਦਾ ਔਰ ਇਹਨਾਂ ਦੇ ਨਿਸ਼ਾਨ ਦਿੱਤੇ ਹੋਏ ਨੇ, ਠੀਕ ਹੈ ਜੀ। ਅਦੁੱਤ ਧੁਨੀਆਂ ਹੁੰਦੀਆਂ ਜਿਨ੍ਹਾਂ ਨੂੰ ਸਿਰਫ ਵਰਨਾਂ ਦੇ ਪੈਰਾਂ ਵਿੱਚ ਹੀ ਲਿਖਿਆ ਜਾਂਦਾ ਹੈ। ਹੁਣ ਅੱਗੇ ਦੇਖੋ ਜੀ, ਪੰਜਾਬੀ ਪਹਿਲਾ ਲਗਾ ਦੀ ਵਰਤੋਂ ਨਹੀਂ ਹੁੰਦਾ। ਅੱਗੇ ਦੇਖ ਹੁਣ ਅਦੁੱਤ ਅੱਖਰਾਂ ਦੀ ਵਰਤੋਂ ਦੀਆਂ ਉਦਾਹਰਨ ਯਾਨੀ ਕਿ ਇਹਨੇ ਡਾਇਗਰਾਮ ਦਿੱਤੇ ਹੋਏ ਨੇ। ਅਦੁੱਤ ਅੱਖਰ ਕਿਹੜੇ ਨੇ ਜਿਹੜੇ ਪੈਰਾਂ 'ਚ ਲੱਗਦੇ ਨੇ? ਹਾਹਾ ਵਾਵਾ ਹਾਹਾ ਰਾਰਾ ਔਰ ਵਾਵਾ। ਹਾਹਾ ਦਾ ਚਿੰਨ੍ਹ ਹੈ ਜੀ ਜਿਵੇਂ ਆ ਪੈਰ 'ਚ ਲੱਗਦਾ ਹੈ, ਔਰ ਵਾਵਾ ਹੈ ਰ ਹੈ ਇੱਦਾਂ, ਠੀਕ ਹੈ। ਵਾਵੇ ਦਾ ਹਾਫ ਵਾ ਉੱਪਰ ਲਾਈਨ ਨਹੀਂ ਹੈ, ਜਿਵੇਂ ਹਾਹੇ ਨਾਲ ਜ ਮਹਾ ਜਮਾ ਪੱਪਾ ਪੜ पैर च र दी ह दी आवाज़ आ रही है पढ़। स न स न पैर च र स न। र दी देखो जी, क ई र श न कृष्ण। प ई र त प्रीत प ए र त प्रेत। आगे प्रीत प ई र थ व ई पृथ्वी। हुण देखो जी वो दी साउंड स्वैमान सहजीवनी और सास, ठीक है जी। गुरमुखी लिपि वर्ना विच नवीन टोली विच च और 6 वर्ण आउंदे हन जिन्हां दे पैरां च बिंदी दी वरतों हुंदी है, जिवें श ख ग ज फ ल, ठीक है जी। हुण अगे इन्हां वर्णां दे पैरां च बिंदी च दो कारण पाए जांदे हन, यानी कि जिन्हां दे पैरां च बिंदी दे दो कारण पाए जांदे हन। पहला कारण शब्दां नूं ठीक उचारण लई और दूजा बिंदी पैण दे वख ही अर्थ प्राप्त हुंदे ने। जिवें जेकर गजल शब्द विच गजल लिख के उचारिया जावे तां यह गलत। इस तरह गोली गोली शेर शेर शब्दां दे च ते ल शब्द दे पैर विच च दी बिंदी पाउण नाल इस तरह के शब्दों के अर्थ बदल जाते हैं, ठीक है बच्चों। है जी साडी वर्णन की वीडियो जो तुहानूं समझ आई होनी। ओके जी, थैंक यू।